संस्था का नाम है जी इंटरनेशनल भाट सिख कौंसल न्यू पंजाब इंडिया यूके। आने वाली जनरेशन नूं बच्चों नूं अकैडमियां खोल के दे रहे हैं, जिहड़ियां बच्चियां आ उन्हां नूं सिलाई सेंटर खोल के दे रहे हैं। ਜਦੋਂ ਫੜੇ ਜਾਣ ਤੇ ਇਸ ਬਰਾਦਰੀ ਨੂੰ ਬਦਨਾਮ ਕੀਤਾ ਜਾਂਦਾ ਕਿ ਜੇ ਕੋਈ ਇਸ ਤਰ੍ਹਾਂ ਦੇ ਬੰਦੇ ਆ ਜਾਂਦੇ ਆ ਉਹਨਾਂ ਨੂੰ ਸਾਨੂੰ ਕੁੱਟਣ ਮਾਰਨ ਦੀ ਬਜਾਏ ਜਾਂ ਅਸੀਂ ਉਹਨਾਂ ਤੋਂ ਐਸੇ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਹਾਂ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਚਾਰੀ ਆ, ਬਹੁਤ ਵੱਡਾ ਮਾਣ ਦਿੱਤਾ ਭਾਟ ਸਿੱਖਾਂ ਨੂੰ। ਕੁਝ ਲੋਕ ਨੇ ਜਿਹੜੇ ਬਦਨਾਮ ਕਰਦੇ ਆ। जो 11 भट्ट साहिबाना की बाणी है वो गुरु ग्रंथ साहिब में दर्ज है। तो जे होर कोई अकैडमी या सिलाई सेंटर खुलवाना चाहते हो जिसकी सारी सेवा साडी संस्था वालों होंदी है फ्री, सतहत्तर 103 54 001 ये मेरा नंबर है जी। जी.पी. सिंह लंगेरी मेरा पिंड है। सत श्री अकाल, तुसीं देख रहे हो पंजाबी आवाम टीवी। सो दर्शकों, अज असीं एक अजिहे मुद्दे उत्ते गल करन जा रहे हैं जिहड़ा तुहाडे नाल भी जिहड़ा कह सकते हैं कि जुड़िया होया है, क्योंकि प्रधान साहब साडे नाल बैठे ने जी.पी. सिंह हुणी उस कम्यूनिटी के उस संस्था के प्रधान ने जिन्होंने आप भाट सिख बरादरी विचों जाणिया जांदा उन्हां नूं, ते उहदे विच किहड़ियां मुश्किलां उन्हां नूं आउंदियां आ जां जिहड़े कुछ लोग जिहड़े इन्हां दे नां हेठ इन्हां दी जिहड़ी पूरी बरादरी नूं बदनाम करदे आ, ਇਹ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਖਾਸ ਕਰ ਜਿਹੜੀ ਇੱਕ ਇਹਨਾਂ ਵੱਲੋਂ ਸੰਸਥਾ ਬਣਾਈ ਗਈ ਆ, ਸੰਸਥਾ ਬਾਰੇ ਜਾਣਾਂਗੇ ਕਿ ਸੰਸਥਾ ਦਾ ਨਾਂ ਕੀ ਆ, ਸੰਸਥਾ ਬਣਾਉਣ ਦਾ ਕੀ ਮਕਸਦ ਸੀ, ਕੀ ਇਹ ਮੋਟਿਵ ਲੈ ਕੇ ਜਿਹੜਾ ਚੱਲੇ ਸੀਗੇ। ਸੋ ਪ੍ਰਧਾਨ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਸਰ, ਪਹਿਲਾ ਸਵਾਲ ਮੇਰਾ ਇਹੀ ਹੈ ਕਿ ਜਿਹੜੀ ਸੰਸਥਾ ਆ ਤੁਹਾਡੀ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਉਹ ਸੰਸਥਾ ਦਾ ਨਾਂ ਦੱਸੋ ਤੇ ਨਾਲ ਹੀ ਕੀ ਕਾਰਨ ਬਣਿਆ ਜਿਹੜੀ ਉਹ ਤੁਹਾਨੂੰ ਸੰਸਥਾ ਬਣਾਉਣੀ ਪਈ ਤੇ ਕੀ ਉਹਦੀਆਂ ਜਿਹੜੀਆਂ ਮੇਨ ਮੁਸ਼ਕਲਾਂ ਆ। ਸਾਡੀ ਸੰਸਥਾ ਦਾ ਨਾਮ ਹੈ ਜੀ ਇੰਟਰਨੈਸ਼ਨਲ ਭਾਟ ਸਿਖ ਕੌਂਸਲ ਨਿਊ ਪੰਜਾਬ ਇੰਡੀਆ यूके, ਜੋ ਆਲ ਵਰਲਡ ਵਿੱਚ ਆ। ਹਰੇਕ ਕੰਟਰੀ ਵਿੱਚ ਇਹਨਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਤੇ ਇਸ ਤੋਂ ਅੱਗੇ ਚੱਲ ਕੇ ਅਸੀਂ ਉਹ ਉਪਰਾਲੇ ਕਰ ਰਹੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਬੱਚਿਆਂ ਨੂੰ ਅਕੈਡਮੀਆਂ ਖੋਲ੍ਹ ਕੇ ਦੇ ਰਹੇ ਹਾਂ ਸੰਗੀਤ, ਜਿਹਦੇ ਵਿੱਚ ਉਹ ਸੰਗੀਤ ਸਿੱਖ ਸਕਦੇ ਆ। ਤੇ ਉਹਦੇ ਨਾਲ ਜਿਹੜੀਆਂ ਬੱਚੀਆਂ ਆ ਉਹਨਾਂ ਨੂੰ ਸਿਲਾਈ ਸੈਂਟਰ ਖੋਲ੍ਹ ਕੇ ਦੇ ਰਹੇ ਆ, ਜਿਹਦੇ ਵਿੱਚ ਸਾਡੇ ਕੋਲ ਇਸ ਵੇਲੇ 7 ਸਿਲਾਈ ਸੈਂਟਰ ਚੱਲ ਰਹੇ ਆ ਤੇ 5 ਅਕੈਡਮੀਆਂ ਚੱਲ ਰਹੀਆਂ। ਤੇ ਉਹਨਾਂ ਦੇ ਮੈਂ ਨਾਮ ਵੀ ਦੱਸ ਸਕਦਾ। ਬਾਬਾ ਬਕਾਲਾ ਵਿਖੇ, ਜਲੰਧਰ, ਪਟਿਆਲਾ, ਬੰਗਾ, ਫਗਵਾੜਾ, ਦਿੱਲੀ, ਆਨੰਦਪੁਰ ਸਾਹਿਬ, ਇਸ ਤਰ੍ਹਾਂ ਅਸੀਂ ਵੱਖੋ ਵੱਖਰੇ ਮੋਗਾ, ਵੱਖੋ ਵੱਖਰੇ ਸ਼ਹਿਰਾਂ ਵਿੱਚ ਅਸੀਂ ਉਪਰਾਲੇ ਕਰ ਰਹੇ ਹਾਂ। ਤੇ ਕਮੇਟੀਆਂ ਸਾਡੀਆਂ ਸਬ ਕਮੇਟੀਆਂ ਵੀ ਨੇ, ਉਹ ਸਾਰੇ ਹੀ ਕਾਰਬਰਦਾਰ ਨੂੰ, ਜੋ ਸਾਡੇ ਇੰਗਲੈਂਡ ਵਾਲੀ ਕਮੇਟੀ ਆ, ਉਹ ਇਸ ਨਾਲ ਪੂਰਾ ਸੰਬੰਧ ਰੱਖਦੀ ਆ, ਪੂਰੀ ਸੋਚ ਚੰਗੀ ਰੱਖਦੀ ਆ ਔਰ ਉਹ ਪੂਰੀ ਸਹਿਯੋਗ ਦੇ ਕੇ ਅਸੀਂ ਇਸ ਨੂੰ ਅੱਗੇ ਚਾੜ੍ਹਦੇ ਹਾਂ ਨੇਪਰੇ। ਸੋ ਸਾਡੇ ਵਧੀਆ ਤਰੀਕੇ ਨਾਲ ਚੱਲਣ ਵਾਲੇ ਬੱਚਿਆਂ ਨੂੰ ਅਸੀਂ ਕੁਝ ਪ੍ਰਾਈਜ਼ ਵੀ ਡਿਵਾਈਡ ਕਰਦੇ ਹਾਂ। ਉਹਨਾਂ ਨੂੰ ਅਸੀਂ ਕੁਝ ਅੱਗੇ ਲਿਆਉਣ ਲਈ, ਉਹਨਾਂ ਨੂੰ ਅਸੀਂ ਕਿੱਤਾ ਮੁਖੀ ਕਿੱਤੇ ਨਾਲ ਜੋੜਨ ਲਈ ਅਸੀਂ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਜਿਹੜੀਆਂ ਸਾਡੀਆਂ ਬਰਾਦਰੀ ਸਮਾਜ 'ਤੇ ਅਲਾਮਤਾਂ ਲੱਗੀਆਂ ਨੇ ਪਿਛਲੇ ਸਮੇਂ ਵਿੱਚ, ਪੁਰਾਤਨ ਸਮੇਂ, ਉਸ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਐਸੇ ਲੋਕ ਜਿਹੜੇ ਕਿ ਕੁਛ ਮੰਗਣ ਨੂੰ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਉਹ ਮੰਗ ਕੇ ਜਾਂ ਗੁਰਾਹੀ ਕਰਕੇ ਛਕਦੇ ਸੀ। ਅਸੀਂ ਇਸ ਬਰਾਦਰੀ ਵਿੱਚੋਂ ਵੀ 1-2% ਹੋ ਸਕਦੇ ਹਨ। ਤੇ ਕੁਝ ਹੋਰ ਬਰਾਦਰੀਆਂ ਦੇ ਉਹਨਾਂ ਵੱਲੋਂ ਜਿਹੜਾ ਜਦੋਂ ਫੜੇ ਜਾਣ ਤੇ ਇਸ ਬਰਾਦਰੀ ਨੂੰ ਬਦਨਾਮ ਕੀਤਾ ਜਾਂਦਾ। ਅਸੀਂ ਚਾਹੁੰਦੇ ਹਾਂ ਵੀ ਇਸ ਬਰਾਦਰੀ ਨੂੰ ਬਦਨਾਮ ਨਾ ਕੀਤਾ ਜਾਵੇ। ਜਿਹੜੇ ਉਹਨਾਂ ਨੂੰ ਫੜਦੇ ਆ ਜਾਂ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਕਿ ਉਹਨਾਂ ਨੂੰ ਤਹਿਕੀਕਾਤ ਜਾ ਕੇ ਉਹਨੂੰ ਪੂਰਾ ਤਹਿਕੀਕਾਤ ਕਰਕੇ ਫਿਰ ਹੀ ਉਹਨੂੰ ਸਿੱਟੇ 'ਤੇ ਦੂਜਾ ਪਾਸਾ ਵੀ ਉਹਦਾ ਦਿਖਾਇਆ ਜਾਵੇ ਵੀ ਅਸਲ ਸੱਚ ਕੀ ਹੈ, ਤੇ ਤਾਂ ਕਿ ਸਾਡੀ ਇਕੱਲੀ ਬਰਾਦਰੀ ਨੂੰ ਬਦਨਾਮ ਨਾ ਕੀਤਾ ਜਾਵੇ। ਦੂਜੀ ਗੱਲ ਇਹ ਹੈ ਕਿ ਜੇ ਕੋਈ ਬੰਦਾ ਬਰਾਦਰੀ ਵਿੱਚ ਵੀ ਹੈ ਤੇ ਉਹਨੂੰ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਉਹ ਇਹਨਾਂ ਧੰਦਿਆਂ ਤੋਂ ਛੱਡ ਕੇ ਸਾਡੇ ਨਾਲ ਜੁੜੇ। ਜੇ ਉਹਦੀ ਬਣਦੀ ਮਦਦ ਵੀ ਕੀਤੀ ਜਾਵੇਗੀ
ਤੇ ਉਸ ਦਾ ਕੰਮ ਵੀ ਬਦਲਿਆ ਜਾ ਸਕਦਾ ਹੈ। ਪਿੰਡਾਂ ਵਾਲੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਖਾਸ ਕਰਕੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਜਿਹੜੀ ਤੁਸੀਂ ਗੱਲ ਕੀਤੀ ਕਿ ਤੁਹਾਡੀ ਬਰਾਦਰੀ ਜਾਂ ਹੋਰ ਵੀ ਕਮਿਊਨਿਟੀ ਵਿੱਚੋਂ ਲੋਕ ਇਹ ਮੰਗਦੇ ਆ, ਪੈਸੇ ਇਕੱਠੇ ਕਰਦੇ ਆ ਤੇ ਨਾ ਜਿਹੜਾ ਬਦਨਾਮ ਹੁੰਦਾ ਉਹ ਤੁਹਾਡੀ ਕਮਿਊਨਿਟੀ ਦਾ ਹੁੰਦਾ ਆ। ਪਿੰਡਾਂ ਵਾਲੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਕੀ ਉਹ ਤੁਹਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਜੇ ਜਿਹੜੇ ਅਜਿਹੇ ਲੋਕ ਆ ਉਹਨਾਂ ਨੂੰ ਆਪਾਂ ਨਾਰਮਲੀ ਕਰਦੇ ਜਾਂ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ? ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੂੰ ਕੋਈ ਕੁੱਟਿਆ ਮਾਰਿਆ ਜਾਵੇ, ਜਾਂ ਤੁਹਾਡੀ ਸੰਸਥਾ ਨਾਲ ਸਿੱਧਾ ਸੰਪਰਕ ਕਰਕੇ ਉਹਨਾਂ ਦੀ ਜਿਹੜੀ ਬਣਦੀ ਕਾਰਵਾਈ ਤੁਸੀਂ ਕਰਵਾ ਸਕਦੇ ਹੋ? ਜੀ, ਇਹ ਪਿੰਡਾਂ ਵਾਲਿਆਂ ਨੂੰ ਅਪੀਲ ਕੀਤੀ ਜਾਂਦੀ ਆ। ਜਿਵੇਂ ਸਾਡੇ ਕੋਲ ਫਗਵਾੜਾ ਤੇ ਬੰਗਿਆਂ ਦੇ ਆਲੇ ਦੁਆਲੇ ਪਿੰਡਾਂ ਵਿੱਚ ਖਾਨਪੁਰ ਵੀ ਇੱਕ ਸਿਲਾਈ ਸੈਂਟਰ ਚੱਲ ਰਿਹਾ ਸਾਡਾ। ਸੋ ਅਸੀਂ ਇਹਨਾਂ ਨੂੰ ਸਾਰਿਆਂ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਕੋਈ ਇਸ ਤਰ੍ਹਾਂ ਦੇ ਬੰਦੇ ਆ ਜਾਂਦੇ ਆ, ਉਹਨਾਂ ਨੂੰ ਸਾਨੂੰ ਕੁੱਟਣ ਮਾਰਨ ਦੀ ਬਜਾਏ ਜਾਂ ਅਸੀਂ ਉਹਨਾਂ ਤੋਂ ਐਸੇ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਹਾਂ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ, ਪਰ ਅਸੀਂ ਉਹਨਾਂ ਨੂੰ ਸਾਡੇ ਨਾਲ ਸੰਪਰਕ ਕਰਾਓ, ਉਹਨਾਂ ਨੂੰ ਬਣਦੀ ਸਜ਼ਾ ਵੀ ਦਿਵਾਓ, ਕਾਰਵਾਈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਨਾਲ ਹਾਂ, ਅਸੀਂ ਸਹਿਮਤ ਹਾਂ। ਤੇ ਦੁਬਾਰਾ ਮੇਰਾ ਇਹੀ ਕਹਿਣ ਦਾ ਮਤਲਬ ਆ ਵੀ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਹੁੰਦਾ, ਉਹਦੀ ਅਸਲ ਤਸਵੀਰ ਸਾਹਮਣੇ ਲਿਆਂਦੀ ਜਾਵੇ। ਕਿਸੇ ਇੱਕ ਫਿਰਕੇ ਨੂੰ, ਇੱਕ ਸਮਾਜ ਨੂੰ, ਇੱਕ ਬਰਾਦਰੀ ਨੂੰ ਬਦਨਾਮ ਨਾ ਕੀਤਾ ਜਾਵੇ। ਇਹ ਅਪੀਲ ਆ ਸਾਰੇ ਪਿੰਡਾਂ ਵਾਲਿਆਂ ਨੂੰ, ਸ਼ਹਿਰਾਂ ਵਾਲਿਆਂ ਨੂੰ। ਤੁਸੀਂ ਉਹਨਾਂ ਨੂੰ ਰੋਕੋ। ਜਦੋਂ ਤੱਕ ਤੁਹਾਨੂੰ ਪੱਕੇ ਸਬੂਤ ਨਹੀਂ ਮਿਲਦੇ, ਉਹ ਕਿਸੇ ਸੰਸਥਾ ਤੋਂ ਆਏ ਨੇ ਜਾਂ ਨਹੀਂ ਆਏ, ਕਿੱਥੋਂ ਆਏ ਨੇ, ਉਦੋਂ ਤੱਕ ਉਹਨਾਂ ਨੂੰ ਕੋਈ ਵੀ ਦਾਨ ਨਾ ਦਿਓ। ਉਦੋਂ ਤੱਕ ਕੁਛ ਨਾ ਉਹਨਾਂ ਨਾਲ ਸੰਪਰਕ ਕਰੋ। ਜ਼ਰੂਰ ਇਸ ਵੱਲ ਧਿਆਨ ਦਿੱਤਾ ਜਾਵੇ। ਇਹ ਪਿੰਡਾਂ ਵਾਲਿਆਂ ਨੂੰ ਅਪੀਲ ਹੈ ਜੀ ਸਾਡੀ। ਜੇ ਮੈਂ ਗੱਲ ਕਰਾਂ ਨਾਰਮਲੀ ਜਿਹੜੀਆਂ ਕਮਿਊਨਿਟੀ ਨੂੰ ਜਾਂ ਤੁਹਾਡੀ ਜਿਹੜੀ ਸੰਸਥਾ ਹੈ ਉਹਨੂੰ ਮੁਸ਼ਕਲਾਂ ਕੀ ਆ ਤੇ ਕਿਵੇਂ ਉਹਨਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਂਦਾ, ਤੇ ਅੱਗੇ ਜਿਹੜੀ ਵਿਉਂਤਬੰਦੀ ਹੈ ਉਹ ਕਿਵੇਂ ਦੀ ਬਣਾਈ ਗਈ ਹੈ ਤਾਂ ਜੋ ਜਿਹੜੀਆਂ ਸਮਾਜ ਨੂੰ ਵੀ ਨਾ ਕੋਈ ਵੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਨਾ ਹੀ ਤੁਹਾਡੀ ਸੰਸਥਾ ਨੂੰ? ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ, ਕਿਉਂਕਿ ਕਿਸੇ ਵੀ ਕਮਿਊਨਿਟੀ, ਪਿੰਡ, ਸ਼ਹਿਰ, ਦੇਸ਼ ਦੀ ਆਉਣ ਵਾਲੀ ਜਨਰੇਸ਼ਨ ਨੂੰ ਜੇ ਸਾਂਭਿਆ ਜਾਵੇ, ਅਸੀਂ ਉਹਨਾਂ ਨੂੰ ਕਿੱਤਾ ਮੁਖੀ ਬਣਾ ਰਹੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਉਹ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਤੇ ਉਹ ਸਾਤੋਂ ਆਪਣਾ ਲਾਭ ਲੈ ਸਕਦੇ ਆ ਜਿੱਥੇ ਜਿੱਥੇ ਵੀ ਉਹ ਚਾਹਣ। ਜਿੰਨੀਆਂ ਵੀ ਸ਼ਹਿਰਾਂ ਕਮੇਟੀਆਂ ਵਿੱਚ ਕੋਈ ਹੋਰ ਵੀ ਸਭਾਵਾਂ ਬਣੀਆਂ, ਜੇ ਉਹ ਸਾਨੂੰ ਦੱਸਣਗੇ ਤੇ ਅਸੀਂ ਇਹ ਸਭਾਵਾਂ, ਸਿਲਾਈ ਸੈਂਟਰ, ਅਕੈਡਮੀਆਂ ਅਸੀਂ ਉੱਥੇ ਵੀ ਖੋਲ੍ਹ ਸਕਦੇ ਹਾਂ ਤੇ ਉਹਨਾਂ ਦੀ ਵੀ ਮਦਦ ਕੀਤੀ ਜਾ ਸਕਦੀ ਆ, ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਕਿੱਤਾ ਮੁਖੀ ਹੋ ਕੇ ਕੋਈ ਚੰਗਾ ਕੰਮ ਕਰ ਸਕੇ, ਤਾਂ ਕਿ ਆਪਾਂ ਇਸ ਇਲਜ਼ਾਮ ਤੋਂ ਬਚ ਸਕੀਏ। ਸਰਕਾਰ ਤੋਂ ਕੋਈ ਆਸ ਰੱਖਦੇ ਹੋ ਜਾਂ ਆਪਣੀ ਕਮਿਊਨਿਟੀ ਲਈ ਜਾਂ ਕੋਈ ਮੰਗ ਰੱਖਦੇ ਹੋ? ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਅੱਜ ਤੱਕ ਸਾਡੀ ਕਮਿਊਨਿਟੀ ਨੂੰ ਕੁਝ ਇਸ ਤਰ੍ਹਾਂ ਦਾ ਖਾਸ ਪ੍ਰਬੰਧ ਨਹੀਂ ਕੀਤਾ ਗਿਆ, ਕਿਉਂਕਿ ਸਾਡੀ ਬਿਰਾਦਰੀ BC ਵਿੱਚ ਆਉਂਦੀ ਆ, ਬੈਕਵਰਡ ਕਲਾਸ ਵਿੱਚ। SC ਲਈ ਤੇ ਬਹੁਤ ਕੁਝ ਹੋ ਰਿਹਾ ਤੇ ਜਰਨਲ ਲਈ ਵੀ ਹੁਣ ਹੋ ਰਿਹਾ। ਮੈਂ ਹੁਣੇ ਹੀ 2 ਦਿਨ ਪਹਿਲਾਂ ਸੁਣਿਆ ਬਿਆਨ ਕਿ ਜਰਨਲ ਲਈ ਤੇ SC ਲਈ ਅਸੀਂ ਕਰਜ਼ੇ ਮਾਫ ਕਰ ਰਹੇ ਹਾਂ, ਪਰ BC ਲਈ ਤੁਸੀਂ ਕੁਝ ਨਹੀਂ ਕਰ ਰਹੇ। ਮੈਂ ਅਪੀਲ ਕਰਦਾ ਕਿ BC ਕਲਾਸਾਂ ਨੂੰ ਵੀ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਵੋਟਾਂ ਉਹ ਵੀ ਪਾਉਂਦੇ ਨੇ ਤੇ ਵੋਟਾਂ ਅਸੀਂ ਵੀ ਪਾਉਂਦੇ ਹਾਂ। ਸੋ ਮੇਰੀ ਇਹ ਹੱਥ ਜੋੜ ਕੇ ਅਪੀਲ ਹੈ ਪੰਜਾਬ ਸਰਕਾਰ ਐਂਡ ਸੈਂਟਰ ਸਰਕਾਰ ਤੱਕ ਕਿ ਜੇ ਪੂਰੀ ਇੰਡੀਆ ਦੇ ਵਿੱਚ ਕਿਤੇ ਵੀ ਇਹ ਗੱਲਾਂ ਆਪ ਜੀ ਦੇ ਸਾਹਮਣੇ ਆਉਂਦੀਆਂ ਨੇ ਤੇ ਜੋ ਵੀ ਬਣਦਾ ਹੱਕ ਹੈ ਉਹ BC ਕਲਾਸ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ। ਸੋ ਅੱਜ ਜਿਹੜੀ ਭਾਰਤ ਸਿੱਖ ਬਰਾਦਰੀ ਜਿਹੜੀ ਮੀਟਿੰਗ ਹੋਈ ਆ ਉਹ ਫਗਵਾੜਾ ਵਿਖੇ ਹੋ ਰਹੀ ਹੈ, ਤਾਂ ਜਿਨ੍ਹਾਂ ਦੇ ਆਫਿਸ ਵਿਖੇ ਜਿਹੜੀ ਮੀਟਿੰਗ ਹੋਈ ਆ ਸਾਡੇ ਨਾਲ ਨੇ ਬਹਾਦਰ ਸਿੰਘ ਸੰਗਤਪੁਰ ਹੁਣੀ। ਸਰ, ਕੀ ਕਹਿਣਾ ਚਾਹੋਗੇ ਜਿਹੜੀ ਸੰਸਥਾ ਵੱਲੋਂ ਮੀਟਿੰਗ ਗਈ ਇਹਦੇ ਬਾਰੇ 2 ਸ਼ਬਦ ਸਾਡੇ ਜਿਹੜੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਜਿਹੜੇ ਭਾਰਤ ਸਿੱਖ ਨੇ ਸਤਿਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਉਚਾਰੀ ਆ, ਬਹੁਤ ਵੱਡਾ ਮਾਣ ਦਿੱਤਾ ਭਾਰਤ ਸਿੱਖਾਂ ਨੂੰ। ਕੁਝ ਲੋਕ ਨੇ ਜਿਹੜੇ ਬਦਨਾਮ ਕਰਦੇ ਆ। ਮੈਂ ਸਮਝਦਾ ਇਹ ਜਿਹੜੀ ਸੰਸਥਾ ਆ ਭਾਰਤ ਸਿੱਖਾਂ ਦੀ GP ਸਿੰਘ ਲਗੇਰੀ ਦੀ ਕਮਾਂਡ ਹੇਠ ਚੱਲ ਰਹੀ ਆ, ਇਹ ਬਹੁਤ ਵਧੀਆ ਕੰਮ ਕਰ ਰਹੇ ਨੇ, ਉਪਰਾਲੇ ਕਰ ਰਹੇ ਹਨ। ਕਿਉਂਕਿ ਇੱਥੇ ਕਾਫੀ ਮੁਸ਼ਕਲਾਂ ਸੀਗੀਆਂ ਭਾਰਤ ਸਿੱਖਾਂ ਦੀਆਂ, ਕੋਈ ਮੰਗਦੇ ਸੀਗੇ, ਬਦਨਾਮ ਕਰਦੇ ਸੀ, ਇਹਨਾਂ ਨੇ ਬਿਲਕੁਲ ਟੋਟਲ ਬੰਦ ਕਰਾਤਾ ਆ। ਅੱਗੇ ਵਾਲਾ ਸਮਾਂ ਜਿਹੜਾ ਆ, ਆਉਣ ਵਾਲਾ ਸਮਾਂ ਬਹੁਤ ਵਧੀਆ ਚੱਲ ਰਿਹਾ ਆ। ਇਹ ਮੈਂ ਆਸ ਕਰਦਾ ਕਿ ਗਾਹਾਂ ਵਾਲਾ ਸਮਾਂ ਵੀ ਜਿਹੜਾ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰਕੇ ਗੁਰੂ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਦੇ ਉੱਪਰ ਚੱਲ ਕੇ ਪੂਰੀ ਤਰ੍ਹਾਂ ਤਨਦੇਹੀ ਨਾਲ ਆਪਣੇ ਜਿਹੜੇ ਕੁਝ ਬੰਦੇ ਗਲਤ ਉਹਨਾਂ ਨੂੰ ਸਿੱਧੇ ਰਸਤੇ ਲਿਆਉਣ ਵਾਸਤੇ ਅੱਜ ਇੱਥੇ ਫਗਵਾੜਾ ਵਿਖੇ ਇੰਟਰਨੈਸ਼ਨਲ ਐਂਟੀ ਕਰਪਸ਼ਨ ਐਂਡ ਕ੍ਰਾਈਮ ਬਿਊਰੋ ਦਫ਼ਤਰ ਵਿੱਚ ਇਹਨਾਂ ਦੀ ਮੀਟਿੰਗ ਹੋ ਰਹੀ ਆ। ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ, ਸਾਥੀਆਂ ਸਮੇਤ ਪਹੁੰਚੇ ਨੇ ਇੱਥੇ, ਬਹੁਤ ਵੱਡਾ ਉਪਰਾਲਾ ਕਰ ਰਹੇ ਨੇ। ਕਿਉਂਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਗੁਰੂ ਸਾਹਿਬ ਨੇ ਸਰਬਸੰਜੀ ਬਾਣੀ ਵਿੱਚ ਕਿਹਾ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ।
ਸਾਰਿਆਂ ਨੂੰ ਮਹਾਰਾਜ ਨੇ ਬਰਾਬਰ ਦਾ ਦਰਜਾ ਦੇ ਕੇ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ। ਸਾਵੇਂ ਉਹ ਭਗਤ ਕਬੀਰ ਜੀ ਹੋਣ, ਫਰੀਦ ਜੀ ਹੋਣ, ਮੁਸਲਮਾਨਾਂ ਨੂੰ ਵੀ ਸਾਰੇ ਧਰਮਾਂ ਨੂੰ ਦਰਜਾ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ। ਮੈਂ ਕਹਿੰਦਾ ਇੱਥੇ ਆਇਆਂ ਨੂੰ ਜੀ ਆਇਆਂ ਆਖਦਾ ਤੇ ਜਿਹੜਾ ਕੰਮ ਉਪਰਾਲਾ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਸੰਗਤ ਨੂੰ ਭੱਟ ਸਾਹਿਬਾਨਾਂ ਬਾਰੇ ਤੇ ਜੋ ਤੁਸੀਂ ਜਿਹੜੀ ਸੰਸਥਾ ਤੁਹਾਡੀ ਜਾਂ ਆਪਣੀ ਕਮਿਊਨਿਟੀ ਹੈ ਜਿਹੜੀ ਉਹ ਉਹਨਾਂ ਦੀ ਜਿਹੜੀ ਵਿਰਾਸਤ ਸੰਭਾਲੀ ਹੁਣ ਕੀ ਕਰ ਰਹੀ ਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਸੋ ਸੰਗਤ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 4 ਸਾਲਾਂ ਤੋਂ ਇਹ ਚੌਥੀ ਵਾਰ ਉਹ ਦਿਨ ਆ ਭੱਟ ਸਾਹਿਬਾਨ ਜਦੋਂ ਗੁਰੂ ਸਾਹਿਬਾਨਾਂ ਨੂੰ ਮਿਲੇ ਤੇ ਉਹਨਾਂ ਨੇ ਆਪਣੀ ਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਦਿੱਤੀਆਂ ਤੇ ਉਹ ਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਲਿਖੀਆਂ ਹੋਈਆਂ ਸਨ ਤੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਦਰਜ ਕੀਤਾ ਗਿਆ, ਜਿਸ ਨੂੰ ਭੱਟ ਸਾਹਿਬਾਨਾਂ ਦੇ ਸਵਈਏ ਕਿਹਾ ਜਾਂਦਾ ਹੈ। ਸੋ ਇਹ 11 ਭੱਟ ਜਦੋਂ ਗੁਰੂ ਸਾਹਿਬਾਨਾਂ ਨੂੰ ਮਿਲੇ, ਬਾਬਾ ਨਾਨਕ ਤੋਂ ਲੈ ਕੇ ਪਹਿਲੇ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭੱਟ ਸਾਹਿਬਾਨ ਰਹੇ ਤੇ ਵੱਖੋ ਵੱਖਰੇ ਸਮੇਂ ਦੇ ਅੰਦਰ ਸਾਰੇ ਹੀ ਗੁਰੂ ਸਾਹਿਬਾਨਾਂ ਦੇ ਦਰਬਾਰਾਂ ਵਿੱਚ ਭੱਟ ਸਾਹਿਬਾਨਾਂ ਦੀ ਹਾਜ਼ਰੀ ਹਮੇਸ਼ਾ ਰਹੀ, ਜਿਸ ਵਿੱਚ ਕੁਝ ਲੰਗਰ ਦੀ ਸੇਵਾ ਤੇ ਕੁਝ ਜ਼ਿਆਦਾਤਰ ਜੋ ਲੋਕ ਸਨ ਉਹ ਪਹਿਰੇ ਦੀ ਡਿਊਟੀ ਕਰਦੇ ਸਨ, ਜਿਹਨੂੰ ਆਪਾਂ ਚੌਬਦਾਰ ਵੀ ਕਹਿੰਦੇ ਆ। ਸੋ ਇਸ ਤਰ੍ਹਾਂ ਕਰਕੇ ਜੋ 11 ਭੱਟ ਸਾਹਿਬਾਨਾਂ ਦੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਹੁਤ ਹੀ ਜੋ ਸੁਲਝੇ ਹੋਏ ਨੇ ਤੇ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਇਹ ਰਲ ਕੇ ਅਸੀਂ ਸਾਰੀਆਂ ਮੀਟਿੰਗਾਂ ਚੱਲਦੀਆਂ ਰਹੀਆਂ ਤੇ ਅੱਜ ਚੌਥੀ ਵਾਰ ਇਸ ਸਤੰਬਰ ਦੇ ਵਿੱਚ ਅਸੀਂ ਮਨਾਉਣ ਜਾ ਰਹੇ ਹਾਂ, ਜੋ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਮਨਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਇਹ ਇਸੇ ਤਰ੍ਹਾਂ ਹੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਦਾ ਵੀ ਧੰਨਵਾਦ ਹੈ ਤੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦਿਨਾਂ ਤੇ ਜ਼ਰੂਰ ਇਕੱਠੇ ਹੋਇਆ ਕਰੀਏ ਤਾਂ ਕਿ ਜਿੱਥੇ ਅਸੀਂ ਉੱਥੇ ਪਰਮਾਰਥਕ ਗੱਲਾਂ ਕਰਦੇ ਹਾਂ ਉੱਥੇ ਸਮਾਜ ਸੁਧਾਰਨ ਦੀਆਂ ਵੀ ਗੱਲਾਂ ਜਿਹੜੀਆਂ ਅਸੀਂ ਇਹ ਸਮਾਜ ਸੁਧਾਰ ਦੀ ਲਹਿਰ ਚੱਲੀ ਹੈ ਇਹਦੇ ਵਿੱਚ ਆਪਾਂ ਵੀ ਕੁਝ ਹੋਰ ਅੱਗੇ ਸੁਧਾਰ ਕਰ ਸਕੀਏ ਤੇ ਆਪੋ ਆਪਣੇ ਵਿਊ ਵੀ ਦੇ ਸਕੀਏ। ਜੇ ਕੋਈ ਸਾਨੂੰ ਚੰਗੀ ਸਲਾਹ ਦਿੰਦਾ ਤੇ ਅਸੀਂ ਉਸ ਨੂੰ ਲੈ ਕੇ ਤੁਰਦੇ ਹਾਂ ਤੇ ਉਸ ਦਾ ਧੰਨਵਾਦ ਵੀ ਕਰਦੇ ਹਾਂ ਤੇ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲਣਾ ਹੀ ਸਾਡਾ ਮੁੱਖ ਮੰਤਵ ਹੈ। ਸੋ ਇਹ ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਇਹੋ ਅਰਦਾਸ ਹੈ ਕਿ ਸਤਿਗੁਰੂ ਸਾਤੋਂ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਰਹੇ। ਸੋ ਪ੍ਰਧਾਨ ਸਾਹਿਬ, ਜਿਸ ਤਰ੍ਹਾਂ ਤੁਸੀਂ ਆਪਣੀ ਸੰਸਥਾ ਦੇ ਲਾਸਟ ਵਿੱਚ ਪੰਜਾਬ ਦੇ ਨਾਲ ਯੂਕੇ ਦਾ ਜ਼ਿਕਰ ਕੀਤਾ ਆ, ਆਪਾਂ ਵੀ ਸਾਰੇ ਜਾਣਦੇ ਆ ਕਿ ਕੋਈ ਵੀ ਸੰਸਥਾ ਜਦੋਂ ਖੜੀ ਹੁੰਦੀ ਉਹਦੇ ਵਿੱਚ ਮੈਨ ਪਾਵਰ ਵੀ ਚਾਹੀਦੀ ਆ ਤੇ ਖਾਸ ਕਰ ਜਿਹੜਾ ਸਭ ਤੋਂ ਵੱਡੀ ਗੱਲ ਕਰੀ ਤਾਂ ਮੈਨੂੰ ਲੱਗਦਾ ਕਿ ਜਿਹੜਾ ਪੈਸਾ ਆ ਉਹ ਵੀ ਬਹੁਤ ਜ਼ਰੂਰੀ ਆ। ਥੋੜਾ ਜਿਹਾ ਜਿਹੜੀ ਜਾਣਕਾਰੀ ਸਾਨੂੰ ਜਿਹੜੀ ਵਿਦੇਸ਼ੀ ਜਿਹੜੇ ਤੁਹਾਡੀ ਜਿਹੜੀ ਇਹ ਸੰਸਥਾ ਨਾਲ ਜੁੜੇ ਲੋਕ ਆ ਉਹਨਾਂ ਬਾਰੇ ਜ਼ਰੂਰ ਦਿਓ ਤੇ ਕਿਵੇਂ ਜਿਹੜਾ ਇਹ ਸਾਰੇ ਜਿਹੜਾ ਮੈਨੇਜ ਕਰਦੇ ਹੋ। ਇਹਦੇ ਵਿੱਚ ਸਾਡਾ ਜੋ ਹੈੱਡ ਆਫਿਸ ਆ ਉਹ ਹੈ ਯੂਕੇ 'ਚ, ਇਸ ਕਰਕੇ ਅਸੀਂ ਪੰਜਾਬ ਇੰਡੀਆ ਯੂਕੇ ਇਸ ਦਾ ਨਾਂ ਰੱਖਿਆ ਤੇ ਇੰਟਰਨੈਸ਼ਨਲ ਹੈ। ਸਾਡੇ ਪ੍ਰਧਾਨ ਪ੍ਰਲੋਕ ਸਿੰਘ ਜੀ ਕੈਨੇਡਾ 'ਚ ਆ, ਸਾਡੇ ਕੁਲਦੀਪ ਸਿੰਘ ਜੀ ਪ੍ਰਧਾਨ USA 'ਚ ਆ, ਸਰਦਾਰ ਸਵਛਪਾਲ ਸਿੰਘ ਜੀ ਪ੍ਰਧਾਨ ਫਿਲੀਪੀਨ 'ਚ ਆ, ਸਰਦਾਰ ਰਣਜੀਤ ਸਿੰਘ ਜੀ ਪ੍ਰਧਾਨ ਨਿਊਜ਼ੀਲੈਂਡ ਵਿੱਚ ਆ, ਸਰਦਾਰ ਜੰਗ ਸਿੰਘ ਜੀ ਪ੍ਰਧਾਨ ਇਟਲੀ ਵਿੱਚ ਆ ਤੇ ਬਾਕੀ ਕੰਟਰੀਆਂ ਵਿੱਚ ਵੀ ਇਸੇ ਤਰ੍ਹਾਂ ਸਾਡੀਆਂ ਕਮੇਟੀਆਂ ਬਣਾਈਆਂ ਹੋਈਆਂ ਤੇ ਉਹਨਾਂ ਦੇ ਸਹਿਯੋਗ ਨਾਲ ਉਹ ਡੋਨੇਸ਼ਨ ਭੇਜਦੇ ਆ। ਇਹ ਸਾਰੇ ਹੀ ਅਸੀਂ ਕਿਤੋਂ ਵੀ ਕੋਈ ਅਗੁਰਾਈ ਨਹੀਂ ਇਕੱਠੀ ਕਰਦੇ, ਆਪਣੀ ਜਿੰਨੀ ਵੀ ਕੰਮਕਾਰ ਕਰਦੇ ਆ ਕਮਾਈ ਕਰਦੇ ਆ ਉਹਦੇ ਵਿੱਚੋਂ ਹੀ ਹਿੱਸੇ ਕੱਢ ਕੇ ਦਸਵੰਧ ਕੱਢ ਕੇ ਅਸੀਂ ਇਸ ਸੰਸਥਾ ਨੂੰ ਚਲਾਉਂਦੇ ਆ ਤੇ ਜਿਹੜੇ ਸਾਡੇ ਬਾਹਰ ਬੈਠੇ ਵੀਰ ਹੈਗੇ ਆ ਸਾਡੇ ਹੈੱਡ ਆਫਿਸ ਤੋਂ ਸਰਦਾਰ ਨਿਰਮਲ ਸਿੰਘ ਜੀ ਰਾਠੌਰ ਸਾਹਿਬ ਜੋ ਸਾਡੇ ਪ੍ਰੈਜ਼ੀਡੈਂਟ ਆ ਉਹ ਬਹੁਤ ਇਸ ਚੀਜ਼ ਤੇ ਤਵੱਜੋ ਦਿੰਦੇ ਆ। ਉਹਨਾਂ ਦੇ ਨਾਲ ਸਾਡੇ ਮੁੱਖ ਬੁਲਾਰੇ ਸਰਦਾਰ ਜਰਨੈਲ ਸਿੰਘ ਜੀ ਪ੍ਰਭਾਕਰ ਸਾਹਿਬ ਤੇ ਉਹਨਾਂ ਨਾਲ ਬਾਕੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਆ ਜਿਵੇਂ ਕਿ ਸਰਦਾਰ ਜਸਵੀਰ ਸਿੰਘ ਜੀ ਬੈਂਸ ਸਾਹਿਬ ਆ ਤੇ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਪ੍ਰਭਾਕਰ, ਸਰਦਾਰ ਰਘਬੀਰ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਜੀ, ਸਰਦਾਰ ਬਲਬੀਰ ਸਿੰਘ ਜੀ ਤੇ ਸਰਦਾਰ ਦਿਲਬਾਗ ਸਿੰਘ ਜੀ ਰਾਠੌਰ ਮੈਨਚੈਸਟਰ ਵਾਲੇ ਤੇ ਬਾਕੀ ਦੇ ਸਾਡੇ ਮੈਂਬਰ ਸਾਹਿਬਾਨ ਰਾਹੀ ਪਰਿਵਾਰ ਤੇ ਜਿਹੜੇ ਹੋਰ ਪਰਿਵਾਰ ਆ ਚੇਅਰਮੈਨ ਸਰਦਾਰ ਉਹ ਜਿੰਨੇ ਵੀ ਹੈਗੇ ਆ ਉਹ ਆਪੋ ਆਪਣਾ ਦਸਵੰਧ ਭੇਜਣ ਦਾ ਯਤਨ ਰੱਖਦੇ ਆ ਹਮੇਸ਼ਾ ਤੇ ਜਦੋਂ ਉਹ ਕੁਝ ਨਾ ਕੁਝ ਕੱਢ ਕੇ ਦਸਵੰਧ ਭੇਜਦੇ ਆ ਤੇ ਅਸੀਂ ਅਗਲੀ ਕਾਰਵਾਈ ਐਕਟੀਵਿਟੀ ਇਸੇ ਤਰ੍ਹਾਂ ਅੱਗੇ ਚਲਾਉਂਦੇ ਰਹਿੰਦੇ ਆ। ਸੋ ਉਹਨਾਂ ਦੇ ਸਹਿਯੋਗ ਦਾ ਵੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਅੱਗੋਂ ਵਾਸਤੇ ਵੀ ਆਸ ਰੱਖਦੇ ਆ ਕਿ ਇਸੇ ਤਰ੍ਹਾਂ ਵਾਹਿਗੁਰੂ ਸਾਨੂੰ ਪ੍ਰੇਮ ਪਿਆਰ ਏਕਤਾ ਬਖਸ਼ਦਾ ਰਹੇਗਾ ਤੇ ਇਸੇ ਤਰ੍ਹਾਂ ਦੀਆਂ ਸੇਵਾਵਾਂ ਸਾਤੋਂ ਵਾਹਿਗੁਰੂ ਲੈਂਦਾ ਰਹੇਗਾ। ਸੋ ਅਸੀਂ ਬਹੁਤ ਖੁਸ਼ ਹਾਂ ਤੇ ਉਹਨਾਂ ਨੇ ਉਹ ਵੀ ਬਹੁਤ ਖੁਸ਼ ਨੇ
ਕਿਉਂਕਿ ਅਸੀਂ ਇੱਕ ਦੂਜੇ ਨਾਲ ਸੰਪਰਕ ਬਣਾਇਆ ਹੈ, ਇੱਕ ਦੂਜੇ ਨਾਲ ਅਸੀਂ ਵਿਚਾਰ ਸਾਂਝੇ ਕਰਕੇ ਹੀ ਸਾਰੀ ਐਕਟੀਵਿਟੀ ਚਲਾਉਂਦੇ ਆ ਤੇ ਸਾਨੂੰ ਉਹਨਾਂ ਤੇ ਵੀ ਬਹੁਤ ਮਾਣ ਹੈ। ਸਤਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਇੱਥੇ ਜਿੰਨੇ ਵੀ ਮੈਂਬਰ ਸਾਹਿਬਾਨ ਕੰਮ ਕਰ ਰਹੇ ਨੇ, ਖਾਸ ਕਰਕੇ ਸਾਨੂੰ ਲੋੜ ਵੀ ਇੰਡੀਆ ਵਿੱਚ ਹੈ। ਸੋ ਇਸੇ ਕਰਕੇ ਅਸੀਂ ਇੰਡੀਆ ਵਿੱਚ ਜ਼ਿਆਦਾ ਤਵੱਜੋ ਦੇ ਰਹੇ ਹਾਂ ਕਿ ਜ਼ਰੂਰ ਕੋਸ਼ਿਸ਼ ਹੈ ਸਾਡੀ ਕਿ ਅਸੀਂ ਸਫਲ ਹੋਵਾਂਗੇ। ਵਾਹਿਗੁਰੂ ਦਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਸਿਰ ਤੇ ਰਿਹਾ ਤੇ ਜ਼ਰੂਰ ਅਸੀਂ ਸਫਲ ਹੋਵਾਂਗੇ। ਬਹੁਤ ਆਸ ਹੈ ਸਾਨੂੰ। ਸੋ ਪ੍ਰਧਾਨ ਸਾਹਿਬ, ਲਾਸਟ ਵਿੱਚ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੋਗੇ ਤੇ ਨਾਲ ਹੀ ਇੱਕ ਸਾਡੇ ਵੱਲੋਂ ਬੇਨਤੀ ਹੈ ਕਿ ਤੁਸੀਂ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਜ਼ਰੂਰ ਸ਼ੇਅਰ ਕਰ ਦਿਓ, ਕਿਉਂਕਿ ਕਦੇ ਵੀ ਕੋਈ ਇਦਾਂ ਦੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਟੇ ਆ ਕਿ ਕੋਈ ਲੋੜ ਪੈਂਦੀ ਹੈ ਤਾਂ ਉਹ ਜਿਹੜੀ ਸੰਗਤ ਹੈ ਉਹ ਤੁਹਾਡੇ ਨਾਲ ਜਿਹੜੀ ਸੰਪਰਕ ਕਰ ਸਕੇ। ਸੋ ਸੰਗਤ ਨੂੰ ਤੇ ਇਹੋ ਅਪੀਲ ਕਰਦੇ ਆ ਕਿ ਤੁਸੀਂ ਜਦੋਂ ਸਤੰਬਰ ਵਿੱਚ ਅੰਮ੍ਰਿਤਸਰ ਭੱਟ ਸਾਹਿਬਾਨਾਂ ਦਾ ਇਹ ਮਿਲਾਪ ਦਿਵਸ ਮਨਾਇਆ ਜਾਣਾ ਹੈ, ਉਦੋਂ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਤੁਸੀਂ ਵੀ ਉੱਥੇ ਆਉਣ ਦੀ ਖੇਚਲ ਕਰੋ ਤਾਂ ਕਿ ਉੱਥੇ ਸਮਾਜਿਕ ਹੋਰ ਵੀ ਵਿਚਾਰਾਂ ਹੋ ਸਕਣ। ਤੇ ਉਸ ਤੋਂ ਬਾਅਦ ਹਰ ਸ਼ਹਿਰ ਦੇ ਅੰਦਰ ਕਮੇਟੀਆਂ ਬਣਵਾਓ। ਮੇਰੇ ਨਾਲ ਅੱਜ ਜਿੱਦਾਂ ਸਾਡੇ ਆਲ ਇੰਡੀਆ ਦੇ ਜਨਰਲ ਸਕੱਤਰ ਸਰਦਾਰ ਸੁਖਚੈਨ ਸਿੰਘ ਜੀ ਗੋਬਿੰਦਪੁਰੀ ਉਹ ਵੀ ਬੈਠੇ ਨੇ, ਉਹਨਾਂ ਦੇ ਨਾਲ ਸਾਡੇ ਸਰਦਾਰ ਸੁਰਿੰਦਰ ਸਿੰਘ ਜੀ ਮੇਲੀ ਉਹ ਵੀ ਬੈਠੇ ਨੇ, ਉਹਨਾਂ ਦੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਜਲੰਧਰ ਤੋਂ ਉਹ ਵੀ ਆਏ ਨੇ, ਨਾਲ ਰਣਦੀਪ ਸਿੰਘ ਜੀ ਪਿੰਡ ਬੀੜਪੁਆਧ ਤੋਂ ਉਹ ਵੀ ਬੈਠੇ ਨੇ, ਉਹਨਾਂ ਦੇ ਨਾਲ ਸਾਡੇ ਨਾਲ RL ਜੱਸੀ ਸਾਹਿਬ। ਤੇ ਹੁਣੇ ਜਿਸ ਦਫ਼ਤਰ ਵਿੱਚ ਅਸੀਂ ਇਹ ਮੀਟਿੰਗ ਹੋ ਰਹੀ ਹੈ, ਇੰਟਰਨੈਸ਼ਨਲ ਕ੍ਰਾਈਮ ਬਿਊਰੋ ਦਾ ਜੋ ਇਹ ਦਫ਼ਤਰ ਹੈ ਐਂਟੀ ਕਰਪਸ਼ਨ ਦਾ, ਇੱਥੇ ਦੇ ਸਾਡੇ ਕੌਮੀ ਪ੍ਰਧਾਨ ਸਰਦਾਰ ਬਹਾਦਰ ਸਿੰਘ ਜੀ ਸੰਗਤਪੁਰੀ, ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਹੈ। ਸੋ ਮੈਂ ਇਸ ਦੇ ਨਾਲ ਹੀ ਆਪਣਾ ਨੰਬਰ ਛੱਡ ਰਿਹਾ ਹਾਂ, ਜਿਸ ਕਿਸੇ ਨੂੰ ਵੀ ਲੋੜ ਹੋਵੇ ਜ਼ਰੂਰ ਇਸ ਸੰਸਥਾ ਦੇ ਨਾਲ ਸੰਪਰਕ ਕਰੋ ਅਤੇ ਆਉਣ ਵਾਲੇ ਬੱਚਿਆਂ ਦੀ ਜਨਰੇਸ਼ਨ ਨੂੰ ਆਪਾਂ ਸੰਭਾਲੀਏ ਤੇ ਗੁਰੂ ਸਾਹਿਬਾਨਾਂ ਦੇ ਦੱਸੇ ਫਲਸਫੇ ਤੇ ਚੱਲ ਕੇ ਅੱਗੇ ਆਪਾਂ ਕੁਝ ਨਾ ਕੁਝ ਕਰ ਸਕੀਏ। 77103 54001 ਇਹ ਮੇਰਾ ਨੰਬਰ ਹੈ ਜੀ। GP ਸਿੰਘ ਲੰਗੇਰੀ ਮੇਰਾ ਪਿੰਡ ਹੈ ਔਰ ਬੰਗੇ ਵੀ ਸਾਡਾ ਦਫ਼ਤਰ ਹੈ ਤੇ ਫਗਵਾੜੇ ਵੀ ਹਰੀਆਬਾਦ ਦਫ਼ਤਰ ਹੈ। ਸੋ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਅਕੈਡਮੀਆਂ ਚੱਲ ਰਹੀਆਂ ਨੇ ਉੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਡਾ ਨੰਬਰ ਨੋਟ ਕਰਕੇ ਜ਼ਰੂਰ ਸੰਪਰਕ ਕਰੋ। ਤੇ ਜੇ ਹੋਰ ਕੋਈ ਅਕੈਡਮੀ ਜਾਂ ਸਿਲਾਈ ਸੈਂਟਰ ਖੁਲਵਾਉਣਾ ਚਾਹੁੰਦੇ ਹੋ ਜਿਸ ਦੀ ਸਾਰੀ ਸੇਵਾ ਸਾਡੀ ਸੰਸਥਾ ਵੱਲੋਂ ਹੁੰਦੀ ਹੈ ਫ੍ਰੀ, ਉਹ ਜ਼ਰੂਰ ਕਰਾਓ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਸੰਭਾਲ ਸਕੀਏ। ਤੇ ਬਹੁਤ ਬਹੁਤ ਧੰਨਵਾਦ ਹੈ ਜੀ ਪੰਜਾਬੀ ਆਵਾਮ ਚੈਨਲ ਦਾ, ਇਹ TV ਦਾ, ਜਿਨ੍ਹਾਂ ਨੇ ਸਾਡੇ ਚਾਰ ਸ਼ਬਦ ਲੈ ਕੇ ਲੋਕਾਂ ਤੱਕ ਪਹੁੰਚਾਇਆ। ਇਸ ਜ਼ਰੀਏ ਮੈਂ ਬਹੁਤ ਖੁਸ਼ ਹਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਅਸਲ ਫੋਟੋ ਕੀ ਹੈ ਤੇ ਸਾਡੀ ਬਰਾਦਰੀ ਸਮਾਜ ਬਦਨਾਮ ਹੋਣ ਤੋਂ ਵੀ ਬਚ ਜਾਵੇਗਾ। ਤੇ ਦੁਬਾਰਾ ਮੈਂ ਫਿਰ ਸਾਰਿਆਂ ਦਾ ਸਮੁੱਚੇ ਤੌਰ ਤੇ ਧੰਨਵਾਦ ਕਰਦਾ ਜੀ। ਸੋ ਐਂਟੀ ਕਰਪਸ਼ਨ ਦੇ ਦਫ਼ਤਰ ਵਾਲਿਆਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਗੱਲ ਕਰਨ ਲਈ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਇਹਨਾਂ ਦੀ ਕਮਿਊਨਿਟੀ ਨੂੰ ਆ ਰਹੀਆਂ, ਜਿਹੜੀਆਂ ਉਹ ਸੰਸਥਾ ਵੱਲੋਂ ਇੱਕ ਕਹਿ ਸਕਦੇ ਆ ਕਿ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਤਾਂ ਜੋ ਜਿਹੜਾ ਸਮਾਜ ਆ ਉਹਨੂੰ ਜਿਹੜੀਆਂ ਦੁੱਖ ਤਕਲੀਫਾਂ ਉਹਦੀ ਜਿਹੜੀਆਂ ਦੂਰ ਕੀਤੀਆਂ ਜਾ ਸਕਣ। ਅਤੇ ਨਾਲ ਹੀ ਇੱਕ ਖਾਸ ਕਰ ਜਿਹੜਾ ਮੈਂ ਮੇਨ ਪੁਆਇੰਟ ਜਿਹੜਾ ਚੁੱਕਣਾ ਚਾਹਾਂਗਾ, ਨੌਜਵਾਨ ਪੀੜ੍ਹੀ ਨੂੰ ਲੈ ਕੇ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਤਾਂ ਜੋ ਜਿਹੜਾ ਬਾਰ-ਬਾਰ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਜ਼ੋਰ ਸੀ ਕਿ ਜਿਹੜਾ ਭਵਿੱਖ ਆ ਬੱਚਿਆਂ ਦਾ ਉਹਨੂੰ ਬਚਾਇਆ ਜਾ ਸਕੇ। ਸੋ ਬਹੁਤ ਹੀ ਵਧੀਆ ਉਪਰਾਲਾ ਆ। ਸੋ ਅਸੀਂ ਵੀ ਸ਼ਲਾਘਾ ਕਰਦੇ ਹਾਂ ਇਸ ਉਪਰਾਲੇ ਦੀ। ਸੋ ਅੱਗੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਜਿਹੇ ਜਿਹੜੇ ਸਮਾਜ ਦੇ ਮੁੱਦੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ। ਉਦੋਂ ਤੱਕ ਲਈ ਮੈਨੂੰ SK ਬੈਂਸ ਅਤੇ ਕੈਮਰਾਮੈਨ ਰਕੇਸ਼ ਨੂੰ ਦਿਓ ਇਜਾਜ਼ਤ। ਧੰਨਵਾਦ।